ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ ਚੋਣਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵਧਾਰਾ ਦੇ ਕਵੀ ਸ਼ੇਖ ਫਰੀਦ ਜੀ ਦੇ ਸ਼ਬਦ ਅਤੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਧਾਰਾ ਕੀ ਹੈ। ਸੂਫੀ ਕਾਵਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਧਾਰਾ ਹੈ। ਇਸ ਕਾਵਧਾਰਾ ਦਾ ਜਨਮ ਪੂਰਵ ਨਾਨਕ ਕਾਲ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਹੋਇਆ। ਗੁਰੂ ਕਾਲ ਵਿੱਚ ਇਹ ਕਾਵਧਾਰਾ ਸ਼ਾਹ ਹੁਸੈਨ ਜੀ ਅਤੇ ਸੁਲਤਾਨ ਬਾਹੂ ਜੀ ਦੀ ਰਚਨਾ ਨਾਲ ਵਿਕਸਿਤ ਹੋਈ। ਪਿਛਲੇ ਮੁਗਲ ਕਾਲ ਵਿੱਚ ਬੁੱਲੇ ਸ਼ਾਹ ਜੀ ਦੀ ਕਵਿਤਾ ਨਾਲ ਇਹ ਕਾਵਧਾਰਾ ਆਪਣੇ ਸਿਖਰ ਉੱਤੇ ਪੁੱਜੀ। ਸਿੱਖ ਕਾਲ ਵਿੱਚ ਇਸ ਕਾਵਧਾਰਾ ਦਾ ਪਤਨ ਆਰੰਭ ਹੋਇਆ ਅਤੇ 19ਵੀਂ ਸਦੀ ਦੇ ਅੱਧ ਵਿੱਚ ਗੁਲਾਮ ਫਰੀਦ ਜੀ ਦੀ ਕਵਿਤਾ ਨਾਲ ਇਸ ਕਾਵਧਾਰਾ ਦਾ ਅੰਤ ਹੋ ਗਿਆ। ਸੂਫੀ ਕਾਵਧਾਰਾ ਦਾ ਪਿਤਾਮਾ ਸ਼ੇਖ ਫਰੀਦੁਦੀਨ ਮਸੂਦ शकरगंज ਜੀ ਹਨ, ਜੋ ਸ਼ੇਖ ਫਰੀਦ ਜੀ ਦੇ ਨਾਮ ਨਾਲ ਮਸ਼ਹੂਰ ਹਨ। ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮੁਲਤਾਨ ਵਿਖੇ ਪਿਤਾ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਘਰ ਹੋਇਆ। ਫਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਵਿੱਚੋਂ ਹਾਸਲ ਕੀਤੀ। ਆਪ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਅਨੁਯਾਈ ਸਨ ਅਤੇ ਪ੍ਰਸਿੱਧ ਸੂਫੀ ਫਕੀਰ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਦੇ ਮੁਰੀਦ ਸਨ। ਰੂਹਾਨੀ ਕਮਾਲ ਪ੍ਰਾਪਤ ਹੋ ਜਾਣ ਤੇ ਕਾਕੀ ਸਾਹਿਬ ਨੇ ਆਪ ਨੂੰ ਦਿੱਲੀ ਤੋਂ ਹਾਂਸੀ ਜਾ ਕੇ ਰਹਿਣ ਅਤੇ ਇਸਲਾਮ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਕਾਕੀ ਜੀ ਦੇ ਚਲਾਣੇ ਮਗਰੋਂ ਆਪ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਹੋਏ ਅਤੇ ਫਿਰ ਆਪ ਅਜੋਧਨ ਆ ਟਿਕੇ। ਇਸੇ ਥਾਂ ਦਾ ਨਾਂ ਬਾਅਦ ਵਿੱਚ ਪਾਕਪਟਨ ਪੈ ਗਿਆ। ਇੱਥੇ ਹੀ 1266 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਦਾ ਦੇਹਾਂਤ ਹੋ ਗਿਆ। ਆਪ ਜੀ ਦੇ ਵਿਚਾਰਾਂ ਦਾ ਘੇਰਾ ਇੰਨਾ ਵਿਸ਼ਾਲ ਸੀ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਅਤੇ ਗੁਰਮਤਿ ਅਨੁਸਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਪ ਜੀ ਦੇ 112 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਬਾਬਾ ਫਰੀਦ ਜੀ ਦੇ 39 ਦੋਹੇ ਵੀ ਹੱਥ ਲਿਖਤਾਂ ਵਿੱਚ ਮਿਲਦੇ ਹਨ। ਆਪ ਆਪਣੀਆਂ ਰਚਨਾਵਾਂ ਰਾਹੀਂ ਮਨੁੱਖ ਨੂੰ ਸੱਚ ਨੂੰ ਪਿਆਰ ਕਰਨ, ਗੁਰੂ ਦੀ ਸਿੱਖਿਆ ਵਿੱਚ ਵਿਸ਼ਵਾਸ ਰੱਖਣ, ਸਾਰਿਆਂ ਜੀਵਾਂ ਵਿੱਚ ਪ੍ਰਭੂ ਦੀ ਜੋਤ ਦੇ ਦਰਸ਼ਨ ਕਰਨ, ਸਹਿਨਸ਼ੀਲਤਾ, ਨਿਮਰਤਾ, ਸਬਰ ਸੰਤੋਖ, ਬੁਰੇ ਦਾ ਭਲਾ ਕਰਨ, ਕਠਿਨ ਘਾਲਣਾ, ਸੰਸਾਰ ਨੂੰ ਨਾਸ਼ਵਾਨ ਸਮਝਣਾ, ਚੰਚਲ ਮਨ ਨੂੰ ਸਾਧਨਾ ਅਤੇ ਆਪਣੇ ਆਪ ਨੂੰ ਸਵਾਰਨ ਦੀ ਤਾਕੀਦ ਕਰਦੇ ਹਨ। ਬਾਬਾ ਫਰੀਦ ਜੀ ਬੜੇ ਪਿਆਰ ਨਾਲ ਮਨੁੱਖ ਨੂੰ ਸਮਝਾਉਂਦੇ ਹਨ ਕਿ ਰੱਬ ਸਾਰੇ ਜੀਵਾਂ ਦੇ ਮਨ ਵਿੱਚ ਵਸਦਾ ਹੈ। ਸਾਰੇ ਹੀ ਮਨੁੱਖਾਂ ਦੇ ਮਨ ਮੋਤੀਆਂ ਦੀ ਤਰ੍ਹਾਂ ਹਨ, ਇਸ ਲਈ ਕਿਸੇ ਦੇ ਵੀ ਹਿਰਦੇ ਨੂੰ ਦੁਖਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਮੰਦੇ ਸ਼ਬਦ ਬੋਲਣੇ ਚਾਹੀਦੇ ਹਨ। ਹੁਣ ਅਸੀਂ 12ਵੀਂ ਜਮਾਤ ਦੇ ਚੋਣਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਬਾਬਾ ਫਰੀਦ ਜੀ ਦੇ ਸ਼ਬਦ ਅਤੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਰਚਨਾ ਨੂੰ ਪੜ੍ਹਾਂਗੇ, ਕਾਵ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਫਿਰ ਕੇਂਦਰੀ ਭਾਵ ਕਰਾਂਗੇ। ਸ਼ੇਖ ਫਰੀਦ ਜੀ ਦੇ 4 ਸ਼ਬਦ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। 2 ਸ਼ਬਦ ਰਾਗ ਆਸਾ ਵਿੱਚ ਹਨ ਅਤੇ 2 ਸ਼ਬਦ ਰਾਗ ਸੂਹੀ ਵਿੱਚ ਹਨ। ਸਾਡੇ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੀ ਸ਼ਾਮਿਲ ਹੈ, ਜਿਸ ਦਾ ਨਾਂ ਹੈ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀਏ। ਰਹਾਓ। ਇਸ ਸ਼ਬਦ ਵਿੱਚ ਸ਼ੇਖ ਫਰੀਦ ਜੀ ਨੇ ਰੱਬ ਦੇ ਸੱਚੇ ਆਸ਼ਕ ਅਤੇ ਉਸ ਦੇ ਇਸ਼ਕ ਵਿੱਚ ਰੰਗੇ ਰਹਿਣ ਵਾਲੇ ਅਤੇ ਉਸ ਦੀ ਪਛਾਣ ਕਰਕੇ ਉਸ ਦਾ ਆਸਰਾ ਲੈਣ ਵਾਲੇ ਫਕੀਰਾਂ ਦੀ ਮਹਿਮਾ ਕਰਦਿਆਂ ਉਹਨਾਂ ਦੇ ਜਨਮ ਨੂੰ ਸਫਲ ਦੱਸਿਆ ਹੈ। ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਉਹ ਹੀ ਅਸਲ ਮਨੁੱਖ ਹਨ। ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ। ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਿਕ ਹਨ। ਪਰ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਉਹ ਮੂੰਹੋਂ ਕੁਝ ਹੋਰ ਆਖਦੇ ਹਨ, ਉਹ ਕੱਚੇ ਆਸ਼ਿਕ ਆਖੇ ਜਾਂਦੇ ਹਨ। ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ। ਲੜ ਸ਼ਬਦ ਦਾ ਅਰਥ ਹੈ ਪੱਲੇ ਨਾਲ। ਦਰ ਸ਼ਬਦ ਦਾ ਅਰਥ ਹੈ ਦਰਵਾਜ਼ਾ ਜਾਂ ਪ੍ਰਭੂ ਦਾ ਦਰ। ਦਰਵੇਸ ਸ਼ਬਦ ਦਾ ਅਰਥ ਹੈ ਫਕੀਰ। ਜਣੇਂਦੀ ਸ਼ਬਦ ਦਾ ਅਰਥ ਹੈ ਜਨਮ ਦੇਣ ਵਾਲੀ। ਮਾਉ ਸ਼ਬਦ ਦਾ ਅਰਥ ਹੈ ਮਾਂ। ਇਹਨਾਂ ਸਤਰਾਂ ਵਿੱਚ ਸ਼ੇਖ ਫਰੀਦ ਜੀ ਦੱਸਦੇ ਹਨ ਕਿ ਸੱਚੇ ਫਕੀਰ ਨੂੰ ਖੁਦਾ ਆਪਣੇ ਲੜ ਆਪ ਲਾਉਂਦਾ ਹੈ। ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਉਹੀ ਮਨੁੱਖ ਰੱਬ ਦੇ ਦਰ ਦੇ ਫਕੀਰ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖੈਰ ਮੰਗ ਸਕਦੇ ਹਨ, ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ ਅਤੇ ਉਹਨਾਂ ਦਾ ਇਸ ਸੰਸਾਰ ਵਿੱਚ ਆਉਣਾ ਸਫਲ ਹੈ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜ਼ੈ ਬੰਦਗੀ। ਸ਼ੇਖ ਫਰੀਦ ਜੀ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਹੇ ਪਾਲਣਹਾਰ, ਹੇ ਬੇਅੰਤ, ਹੇ ਆਪਹੁੰਚ ਪਰਮਾਤਮਾ, ਜਿਨ੍ਹਾਂ ਮਨੁੱਖਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਹਨਾਂ ਲੋਕਾਂ ਦੇ ਪੈਰ ਚੁੰਮਦਾ ਹਾਂ। ਹੇ ਖੁਦਾ, ਮੈਨੂੰ ਇੱਕ ਤੇਰਾ ਹੀ ਆਸਰਾ ਹੈ। ਤੂੰ ਪਾਪੀ ਬੰਦੇ ਨੂੰ ਵੀ ਬਖਸ਼ਣ ਵਾਲਾ ਹੈ। ਮੈਂ ਤੇਰੇ ਕੋਲੋਂ ਇਹ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇ, ਤਾਂ ਜੋ ਮੈਂ ਸਦਾ ਤੇਰੇ ਨਾਮ ਨਾਲ ਜੁੜਿਆ ਰਹਾਂ। ਸੋ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਸ਼ਬਦ ਦੇ ਵਿੱਚ ਸ਼ੇਖ ਫਰੀਦ ਜੀ ਰੱਬ ਦੇ ਸੱਚੇ ਆਸ਼ਿਕ, ਉਸ ਦੇ ਇਸ਼ਕ ਵਿੱਚ ਰੰਗੇ ਰਹਿਣ ਵਾਲੇ ਅਤੇ ਉਸ ਦੀ ਪਛਾਣ ਕਰਕੇ ਉਸ ਦਾ ਆਸਰਾ ਲੈਣ ਵਾਲੇ ਫਕੀਰਾਂ ਦੀ ਮਹਿਮਾ ਕਰਦਿਆਂ ਉਹਨਾਂ ਦੇ ਜਨਮ ਨੂੰ ਸਫਲ ਦੱਸਦੇ ਹਨ। ਇਸ ਸ਼ਬਦ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਜੀਵ ਨੂੰ ਹਰ ਵੇਲੇ ਪਰਮਾਤਮਾ ਦੀ ਬੰਦਗੀ ਦੀ ਖੈਰ ਮੰਗਣੀ ਚਾਹੀਦੀ ਹੈ, ਤਾਂ ਜੋ ਉਹ ਹਰ ਸਮੇਂ ਉਸ ਦੇ ਨਾਮ ਨਾਲ ਜੁੜਿਆ ਰਹੇ। ਹੁਣ ਅਸੀਂ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਸ਼ੇਖ ਫਰੀਦ ਜੀ ਦੇ 12 ਸਲੋਕਾਂ ਬਾਰੇ
ਗੱਲਬਾਤ ਕਰਾਂਗੇ। ਸ਼ਲੋਕ ਹੈ, ਫਰੀਦਾ ਥਿਓ ਪਵਾਈ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜੇ ਬਿਆ ਲਤਾੜੀਐ, ਤਾਂ ਸਾਈਂ ਦੈ ਦਰ ਵਾੜੀਐ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਜੇਕਰ ਤੂੰ ਹਰ ਥਾਂ ਪਰਮਾਤਮਾ ਨੂੰ ਪਛਾਣਨਾ ਚਾਹੁੰਦਾ ਹੈ, ਅਰਥਾਤ ਸਾਰਿਆਂ ਵਿੱਚ ਪਰਮਾਤਮਾ ਦਾ ਨਿਵਾਸ ਦੇਖਣਾ ਚਾਹੁੰਦਾ ਹੈ, ਤਾਂ ਤੂੰ ਰਸਤੇ ਵਿੱਚ ਉੱਗਣ ਵਾਲੀ ਦੱਬ ਵਰਗਾ ਬਣ ਜਾ, ਜਿਸ ਦੇ ਕਿਸੇ ਬੂਟੇ ਨੂੰ ਤਾਂ ਲੋਕ ਤੋੜਦੇ ਹਨ ਅਤੇ ਕਿਸੇ ਬੂਟੇ ਨੂੰ ਪੈਰਾਂ ਹੇਠ ਲਿਤਾੜਦੇ ਹਨ। ਜੇਕਰ ਤੂੰ ਆਪਣਾ ਸੁਭਾਅ ਇਹੋ ਜਿਹਾ ਸਹਿਨਸ਼ੀਲ ਅਤੇ ਨਿਮਰਤਾ ਵਾਲਾ ਬਣਾ ਲਵੇਂਗਾ, ਤਾਂ ਤੂੰ ਪਰਮਾਤਮਾ ਦੇ ਦਰ 'ਤੇ ਕਬੂਲ ਹੋਵੇਂਗਾ। ਅਗਲਾ ਸ਼ਲੋਕ ਹੈ, ਫਰੀਦਾ ਖਾਕ ਨ ਨਿੰਦੀਐ, ਖਾਕੂ ਜੇਡ ਨ ਕੋਏ, ਜੀਵੰਦਿਆਂ ਪੈਰਾਂ ਤਲੇ, ਮੋਇਆਂ ਉੱਪਰ ਹੋਏ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਵਿਚਾਰ ਪੇਸ਼ ਕਰਦੇ ਹਨ ਕਿ ਨਿਮਰਤਾ ਅਤੇ ਨਿਰਮਾਣਤਾ ਵਿੱਚ ਵਿਚਰਨ ਵਾਲਾ ਵਿਅਕਤੀ ਮਹਾਨ ਹੁੰਦਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਮਿੱਟੀ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਿੱਟੀ ਜਿੰਨੀ ਮਹਾਨ ਚੀਜ਼ ਤਾਂ ਕੋਈ ਵੀ ਨਹੀਂ। ਜਦੋਂ ਮਨੁੱਖ ਜਿਉਂਦਾ ਹੈ, ਉਦੋਂ ਇਹ ਮਿੱਟੀ ਉਸ ਦੇ ਪੈਰਾਂ ਹੇਠ ਹੁੰਦੀ ਹੈ, ਪਰ ਜਦੋਂ ਉਹ ਮਰ ਕੇ ਕਬਰ ਵਿੱਚ ਚਲਾ ਜਾਂਦਾ ਹੈ, ਤਾਂ ਇਹ ਮਿੱਟੀ ਉਸ ਦੇ ਉੱਪਰ ਰਹਿੰਦੀ ਹੈ। ਇਸ ਪ੍ਰਕਾਰ ਨਿਰਮਾਣ ਤੇ ਗਰੀਬ ਸੁਭਾਅ ਦੀ ਰੀਸ ਨਹੀਂ ਅਤੇ ਅਜਿਹੀ ਅਵਸਥਾ ਵਿੱਚ ਵਿਚਰਨ ਵਾਲਾ ਮਨੁੱਖ ਹੀ ਮਹਾਨ ਹੁੰਦਾ ਹੈ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਇਹ ਵਿਸ ਗੰਦਲਾਂ, ਧਰੀਆਂ ਖੰਡ ਲਿਵਾੜ, ਇੱਕ ਰਾਹੇਂਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਸ ਸ਼ਲੋਕ ਵਿੱਚ ਫਰੀਦ ਜੀ ਸੰਸਾਰਿਕ ਪਦਾਰਥਾਂ ਨੂੰ ਜ਼ਹਿਰ ਭਰੀਆਂ ਗੰਦਲਾਂ ਨਾਲ ਤੁਲਨਾ ਦਿੰਦੇ ਹਨ ਅਤੇ ਇਹਨਾਂ ਦੀ ਨਿਫਲ ਖੇਤੀ ਕਰਨ ਦੀ ਥਾਂ ਮਨੁੱਖ ਨੂੰ ਪ੍ਰਭੂ ਸਿਮਰਨ ਅਤੇ ਨੇਕ ਅਮਲ ਕਰਨ ਦਾ ਉਪਦੇਸ਼ ਦਿੰਦੇ ਹਨ। ਫਰੀਦ ਜੀ ਫਰਮਾਉਂਦੇ ਹਨ ਕਿ ਇਸ ਦੁਨੀਆ ਦੇ ਪਦਾਰਥ ਮਾਨੋ ਜ਼ਹਿਰ ਭਰੀਆਂ ਗੰਦਲਾਂ ਹਨ, ਜੋ ਖੰਡ ਵਿੱਚ ਗਲੇਫ ਰੱਖੀਆਂ ਹਨ। ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਅਤੇ ਕਈ ਬੀਜੀਆਂ ਨੂੰ ਵਿੱਚ ਹੀ ਛੱਡ ਗਏ। ਇਸ ਕਰਕੇ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦੀਆਂ ਜ਼ਹਿਰ ਭਰੀਆਂ ਗੰਦਲਾਂ ਨੂੰ ਬੀਜਣ ਦੀ ਥਾਂ ਨਾਮ ਸਿਮਰਨ ਵਿੱਚ ਲੱਗਣਾ ਚਾਹੀਦਾ ਹੈ ਅਤੇ ਨੇਕ ਅਮਲ ਕਰਨੇ ਚਾਹੀਦੇ ਹਨ। ਅਗਲਾ ਸ਼ਲੋਕ ਹੈ, ਫਰੀਦਾ ਦਰ ਦਰਵਾਜੇ ਜਾਏ ਕੈ, ਕਿਉਂ ਡਿੱਠੋ ਘੜਿਆਲ, ਇਹ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਇਸ ਸ਼ਲੋਕ ਵਿੱਚ ਫਰੀਦ ਜੀ ਦੱਸਦੇ ਹਨ ਕਿ ਸਜ਼ਾ ਕੇਵਲ ਦੋਸ਼ੀ ਨੂੰ ਹੀ ਨਹੀਂ ਮਿਲਦੀ, ਸਗੋਂ ਨਿਰਦੋਸ਼ ਨੂੰ ਵੀ ਮਿਲਦੀ ਹੈ। ਇਸ ਕਰਕੇ ਮਨੁੱਖ ਨੂੰ ਵਡੇਰੀ ਸਜ਼ਾ ਤੋਂ ਬਚਣ ਲਈ ਦੋਸ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਹੇ ਭਾਈ, ਕੀ ਕਿਸੇ ਬੂਹੇ ਤੇ ਕਿਸੇ ਦਰਵਾਜ਼ੇ ਉੱਤੇ ਜਾ ਕੇ ਕਦੇ ਘੜਿਆਲ ਵੱਜਦਾ ਵੇਖਿਆ ਹੈ? ਇਹ ਘੜਿਆਲ ਨਿਰਦੋਸ਼ ਹੀ ਮਾਰ ਖਾਂਦਾ ਹੈ। ਜੇਕਰ ਨਿਰਦੋਸ਼ ਘੜਿਆਲ ਨੂੰ ਇੰਨੀ ਮਾਰ ਪੈ ਸਕਦੀ ਹੈ, ਤਾਂ ਰੱਬ ਦੀ ਦਰਗਾਹ ਵਿੱਚ ਸਾਡਾ ਦੋਸ਼ੀਆਂ ਦਾ ਤਾਂ ਬਹੁਤ ਬੁਰਾ ਹਾਲ ਹੋਵੇਗਾ। ਭਾਵ ਪਰਮਾਤਮਾ ਦੀ ਦਰਗਾਹ ਵਿੱਚ ਦੋਸ਼ੀਆਂ ਨੂੰ ਸਖਤ ਮਾਰ ਪੈਂਦੀ ਹੈ। ਇਸ ਕਰਕੇ ਮਨੁੱਖ ਨੂੰ ਸੰਸਾਰ ਵਿੱਚ ਨੇਕ ਕੰਮ ਕਰਨੇ ਚਾਹੀਦੇ ਹਨ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਬਾਰ ਪਰਾਈਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ, ਜਿਉਂ ਸਰੀਰੋਂ ਲੈ।
ਇਸ ਸ਼ਲੋਕ ਵਿੱਚ ਫਰੀਦ ਜੀ ਨੇ ਰੱਬ ਤੋਂ ਇਹ ਮੰਗ ਕੀਤੀ ਹੈ ਕਿ ਉਹ ਉਸ ਨੂੰ ਆਪਣੇ ਦਰ ਦੀ ਥਾਂ ਕਿਸੇ ਹੋਰ ਦੇ ਦਰ ਦਾ ਮੁਤਾਜ ਨਾ ਬਣਾਵੇ। ਫਰੀਦ ਜੀ ਬੇਨਤੀ ਕਰਦੇ ਹਨ, ਹੇ ਪ੍ਰਮਾਤਮਾ, ਤੂੰ ਮੈਨੂੰ ਆਪਣੇ ਦਰ ਦੀ ਥਾਂ ਕਿਸੇ ਪਰਾਏ ਦੇ ਦਰ ਉੱਤੇ ਨਾ ਬੈਠਣ ਦੇਵੀਂ, ਅਰਥਾਤ ਮੈਨੂੰ ਕਿਸੇ ਹੋਰ ਦੇ ਆਸਰੇ ਜੋਗਾ ਨਾ ਰਹਿਣ ਦੇਵੀਂ। ਜੇਕਰ ਤੂੰ ਮੈਨੂੰ ਇੰਝ ਹੀ ਰੱਖਣਾ ਹੋਵੇ, ਭਾਵ ਜੇ ਤੂੰ ਮੈਨੂੰ ਦੂਜਿਆਂ ਦਾ ਮੁਤਾਜ ਹੀ ਬਣਾਉਣਾ ਹੈ, ਤਾਂ ਇਸ ਨਾਲੋਂ ਤੂੰ ਮੇਰੇ ਸਰੀਰ ਵਿੱਚੋਂ ਜਾਨ ਹੀ ਕੱਢ ਲਵੀਂ। ਭਾਵ ਪਰਮਾਤਮਾ ਦੀ ਮੁਤਾਜੀ ਦੀ ਥਾਂ ਕਿਸੇ ਹੋਰ ਦੇ ਦਰ ਦੀ ਮੁਤਾਜੀ ਤੋਂ ਮੌਤ ਚੰਗੀ ਹੈ। ਇਸ ਕਰਕੇ ਸਾਨੂੰ ਕਦੇ ਵੀ ਕਿਸੇ ਦੁਨਿਆਵੀ ਸ਼ਕਤੀ ਦੀ ਮੁਤਾਜੀ ਕਬੂਲ ਨਹੀਂ ਕਰਨੀ ਚਾਹੀਦੀ ਹੈ। ਸ਼ੇਖ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾ, ਕਮਾਂਦੇ ਅਰ ਕਾਗਦੇ ਕੁੰਨੇ ਕੋਇਲੀਆ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਇਸ ਸੰਸਾਰ ਵਿੱਚ ਮੰਦੇ ਕੰਮ ਕਰਨ ਵਾਲਿਆਂ ਨੂੰ ਰੱਬ ਦੀ ਦਰਗਾਹ ਵਿੱਚ ਕਰੜੀਆਂ ਸਜ਼ਾਵਾਂ ਮਿਲਦੀਆਂ ਹਨ। ਫਰੀਦ ਜੀ ਫਰਮਾਉਂਦੇ ਹਨ ਕਿ ਦੇਖੋ ਕਪਾਹ ਨਾਲ ਕੀ ਬੀਤੀ ਹੈ। ਉਸ ਨੂੰ ਵੇਲਣੇ ਵਿੱਚ ਵੇਲਿਆ ਗਿਆ ਹੈ ਅਤੇ ਫਿਰ ਤੁੰਬਿਆ ਗਿਆ ਹੈ। ਤਿਲਾਂ ਨੂੰ ਕੋਹਲੂ ਵਿੱਚ ਪਾ ਕੇ ਅਤੇ ਕਮਾਦ ਨੂੰ ਵੇਲਣੇ ਵਿੱਚ ਪਾ ਕੇ ਪੀੜਿਆ ਗਿਆ ਹੈ। ਕਾਗਜ਼ ਨੂੰ ਵੇਲਣਿਆਂ ਵਿੱਚ ਵੇਲ ਕੇ ਬਣਾਇਆ ਗਿਆ ਹੈ ਅਤੇ ਪਤੀਲੇ ਨੂੰ ਅੱਗ 'ਤੇ ਰੱਖ ਕੇ ਤਪਾਇਆ ਗਿਆ ਹੈ। ਅਸਲ ਵਿੱਚ ਸੰਸਾਰ 'ਤੇ ਰਹਿ ਕੇ ਜਿਹੜੇ ਲੋਕ ਮੰਦੇ ਕੰਮ ਕਰਦੇ ਹਨ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਇਹੋ ਜਿਹੀਆਂ ਸਜ਼ਾਵਾਂ ਹੀ ਮਿਲਦੀਆਂ ਹਨ। ਭਾਵ ਸੰਸਾਰ ਵਿੱਚ ਜਿਹੜੇ ਲੋਕ ਮੰਦੇ ਕੰਮ ਕਰਦੇ ਹਨ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਕੋਹਲੂ ਵਿੱਚ ਪੀੜਿਆ, ਵੇਲਣਿਆਂ ਵਿੱਚ ਵੇਲਿਆ ਅਤੇ ਅੱਗ ਉੱਪਰ ਰੱਖ ਕੇ ਸਾੜਿਆ ਜਾਂਦਾ ਹੈ। ਇਸ ਕਰਕੇ ਸਾਨੂੰ ਮੰਦੇ ਕੰਮ ਨਹੀਂ ਕਰਨੇ ਚਾਹੀਦੇ। ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓਹੇ, ਤੈ ਪਾਸੇ ਓਏ ਲੱਦ ਗਏ, ਤੂੰ ਅਜੇ ਨਾ ਪਤੀਣੋਹੇ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਉਸ ਨੂੰ ਮੌਤ ਅਵਸ਼ ਆਉਣੀ ਹੈ। ਇਸ ਕਰਕੇ ਉਸ ਨੂੰ ਨਾਮ ਸਿਮਰਨ ਵੱਲੋਂ ਕਦੇ ਵੀ ਬੇਪਰਵਾਹ ਨਹੀਂ ਹੋਣਾ ਚਾਹੀਦਾ। ਫਰੀਦ ਜੀ ਕਹਿੰਦੇ ਹਨ ਕਿ ਹੇ ਮਨੁੱਖ, ਦੇਖ ਤੇਰੇ ਆਪਣੇ ਮਾਪੇ ਜਿਨ੍ਹਾਂ ਤੈਨੂੰ ਜਨਮ ਦਿੱਤਾ ਸੀ, ਕਿੱਥੇ ਚਲੇ ਗਏ। ਉਹ ਕਦੋਂ ਦੇ ਤੇਰੇ ਕੋਲੋਂ ਚਲੇ ਗਏ ਹਨ, ਪਰ ਤੈਨੂੰ ਅਜੇ ਵੀ ਯਕੀਨ ਨਹੀਂ ਆਇਆ ਕਿ ਆਖਰ ਤੂੰ ਵੀ ਇੱਥੋਂ ਚਲੇ ਜਾਣਾ ਹੈ। ਇਸ ਕਰਕੇ ਤੂੰ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਹੈ। ਭਾਵ ਮਨੁੱਖ ਨੂੰ ਮੌਤ ਦਾ ਖਿਆਲ ਕਰਦੇ ਹੋਏ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਕਦੇ ਵੀ ਨਹੀਂ ਹੋਣਾ ਚਾਹੀਦਾ। ਜੇਕਰ ਮਨੁੱਖ ਦੇ ਮਾਪੇ ਦੁਨੀਆ ਵਿੱਚ ਨਹੀਂ ਰਹੇ ਤਾਂ ਉਸਨੇ ਵੀ ਨਹੀਂ ਰਹਿਣਾ, ਉਸ ਨੂੰ ਮੌਤ ਜ਼ਰੂਰ ਆਉਣੀ ਹੈ। ਇਸ ਕਰਕੇ ਸਾਨੂੰ ਨੇਕ ਅਮਲ ਕਰਨੇ ਚਾਹੀਦੇ ਹਨ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਬੁਰੇ ਦਾ ਭਲਾ ਕਰਨ ਅਤੇ ਗੁੱਸੇ ਨੂੰ ਮਨ ਵਿੱਚ ਨਾ ਰੱਖਣ ਦਾ ਉਪਦੇਸ਼ ਦਿੰਦੇ ਹਨ। ਦੇਹੀ ਸ਼ਬਦ ਦਾ ਅਰਥ ਹੈ ਸਰੀਰ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਹੀ ਕਰ, ਗੁੱਸਾ ਮਨ ਵਿੱਚ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਉਸ ਵਿੱਚ ਹਰ ਇੱਕ
ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਭਾਵ ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸ ਦਾ ਸਰੀਰ ਅਰੋਗ ਰਹਿੰਦਾ ਹੈ ਅਤੇ ਉਸ ਵਿੱਚ ਹਰ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਅਗਲਾ ਸ਼ਲੋਕ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਭਾਵ ਪ੍ਰਗਟ ਕਰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ। ਮੁਝਕੂ ਸ਼ਬਦ ਦਾ ਅਰਥ ਹੈ ਮੈਨੂੰ, ਸਬਾਈਐ ਜਗ ਦਾ ਅਰਥ ਹੈ ਸਾਰੇ ਸੰਸਾਰ ਨੂੰ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਇਹ ਸਮਝਿਆ ਕਿ ਕੇਵਲ ਮੈਨੂੰ ਹੀ ਦੁੱਖ ਲੱਗੇ ਹਨ, ਪਰ ਅਸਲ ਵਿੱਚ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਜਰਾ ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਦਿਖਾਈ ਦਿੱਤੀ। ਅਰਥਾਤ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ। ਭਾਵ ਇਸ ਸੰਸਾਰ ਵਿੱਚ ਕੋਈ ਵੀ ਦੁੱਖਾਂ ਤੋਂ ਬਚਿਆ ਹੋਇਆ ਨਹੀਂ ਹੈ। ਇਹ ਸੰਸਾਰ ਹੀ ਦੁੱਖਾਂ ਦਾ ਘਰ ਹੈ। ਅਗਲਾ ਸ਼ਲੋਕ ਹੈ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੰਕਰ ਚੁਗਨ ਥਲ ਵਸਨ, ਰੱਬ ਨਾ ਛੋਡਨ ਪਾਸ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਉਹਨਾਂ ਪੰਛੀਆਂ ਦੀ ਮਹਿਮਾ ਕੀਤੀ ਹੈ ਜਿਹੜੇ ਜੰਗਲ ਵਿੱਚ ਰਹਿ ਕੇ ਸਾਦਾ ਜੀਵਨ ਗੁਜ਼ਾਰਦੇ ਹਨ, ਪਰੰਤੂ ਰੱਬ ਦਾ ਲੜ ਨਹੀਂ ਛੱਡਦੇ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਉਹਨਾਂ ਪੰਛੀਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ। ਉੱਥੋਂ ਉਹ ਰੋੜ ਚੁਗਦੇ ਹਨ, ਧਰਤੀ 'ਤੇ ਵੱਸਦੇ ਹਨ, ਪਰੰਤੂ ਰੱਬ ਦਾ ਆਸਰਾ ਨਹੀਂ ਛੱਡਦੇ। ਭਾਵ ਮਹਿਲਾਂ ਵਿੱਚ ਰਹਿਣ ਵਾਲੇ ਅਤੇ ਪਲੇ ਹੋਏ ਸਰੀਰ ਵਾਲੇ, ਪਰੰਤੂ ਰੱਬ ਨੂੰ ਭੁਲਾ ਦੇਣ ਵਾਲੇ ਉਹਨਾਂ ਬੰਦਿਆਂ ਨਾਲੋਂ ਤਾਂ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਉੱਤੇ ਆਲਣੇ ਬਣਾ ਕੇ ਰਹਿੰਦੇ ਹਨ, ਰੋੜ ਚੁੱਗ ਕੇ ਗੁਜ਼ਾਰਾ ਕਰਦੇ ਹਨ, ਪਰੰਤੂ ਰੱਬ ਨੂੰ ਯਾਦ ਰੱਖਦੇ ਹਨ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਕਵਣ ਸੁਅੱਖਰ ਕਵਣ ਗੁਣ, ਕਵਣ ਸੁਮਣੀਆਂ ਮੰਤ, ਕਵਣ ਸੁਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਇਸਤਰੀ ਰੂਪ ਵਿੱਚ ਉਹ ਗੁਣ ਇਕੱਠੇ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਜਿਸ ਨਾਲ ਉਸ ਨੂੰ ਪ੍ਰਭੂ ਪਤੀ ਦਾ ਪਿਆਰ ਪ੍ਰਾਪਤ ਹੋ ਜਾਵੇ। ਫਰੀਦ ਜੀ ਇਸਤਰੀ ਰੂਪ ਵਿੱਚ ਪ੍ਰਸ਼ਨ ਕਰਦੇ ਹਨ ਕਿ ਹੇ ਭੈਣ, ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ, ਉਹ ਕਿਹੜਾ ਵੇਸ ਹੈ ਜਿਸ ਨੂੰ ਧਾਰਨ ਕਰਨ ਨਾਲ ਮੇਰਾ ਪਤੀ ਮੇਰੇ ਵੱਸ ਵਿੱਚ ਆ ਜਾਵੇ। ਭਾਵ ਜੀਵ ਰੂਪ ਇਸਤਰੀ ਆਪਣੇ ਅੰਦਰ ਹਰ ਅਜਿਹਾ ਗੁਣ ਪੈਦਾ ਕਰਨਾ ਚਾਹੁੰਦੀ ਹੈ ਜਿਸ ਨਾਲ ਉਸ ਦਾ ਪ੍ਰਭੂ ਪਤੀ ਉਸ ਨੂੰ ਪ੍ਰੇਮ ਕਰੇ। ਇਹਨਾਂ ਪ੍ਰਸ਼ਨਾਂ ਦੇ ਉੱਤਰ ਅਗਲੇ ਸ਼ਲੋਕ ਵਿੱਚ ਹਨ। ਅਗਲਾ ਸ਼ਲੋਕ ਹੈ, ਨਿਵਣ ਸੁਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਜੀਵ ਇਸਤਰੀ ਦੁਆਰਾ ਇਸ ਤੋਂ ਪਹਿਲੇ ਸ਼ਲੋਕ ਵਿੱਚ ਉਠਾਏ ਹੋਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ, ਜਿਸ ਵਿੱਚ ਉਹ ਪੁੱਛਦੀ ਹੈ ਕਿ ਉਹ ਕਿਹੜੇ ਅੱਖਰ, ਗੁਣ, ਮੰਤਰ ਅਤੇ ਵੇਸ ਨੂੰ ਧਾਰਨ ਕਰੇ ਜਿਸ ਨਾਲ ਉਸ ਦਾ ਪਤੀ ਉਸ ਦੇ ਵੱਸ ਵਿੱਚ ਆ ਜਾਵੇ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਭੈਣ, ਨਿਮਣਾ ਅੱਖਰ ਹੈ, ਸਹਿਨਸ਼ੀਲਤਾ ਗੁਣ ਹੈ, ਮਿੱਠਾ ਬੋਲਣਾ ਸ਼੍ਰੋਮਣੀ ਮੰਤਰ ਹੈ। ਜੇ ਤੂੰ ਇਹ ਤਿੰਨੇ ਵੇਸ ਧਾਰਨ ਕਰ ਲਵੇਂ, ਅਰਥਾਤ ਤਿੰਨੇ ਗੁਣ ਆਪਣੇ ਵਿੱਚ ਪੈਦਾ ਕਰ ਲਵੇਂ,
ਤਾਂ ਤੇਰਾ ਪਤੀ ਵਸ ਵਿੱਚ ਆ ਜਾਵੇਗਾ। ਭਾਵ ਪ੍ਰਭੂ ਪਤੀ ਨੂੰ ਵਸ ਕਰਨ ਲਈ ਜੀਵ ਰੂਪ ਇਸਤਰੀ ਨੂੰ ਸ਼ੁਭ ਗੁਣ ਇਕੱਤਰ ਕਰਨੇ ਚਾਹੀਦੇ ਹਨ। ਜੀਵ ਇਸਤਰੀ ਨੂੰ ਆਪਣੇ ਪ੍ਰਭੂ ਪਤੀ ਨੂੰ ਵਸ ਕਰਨ ਲਈ ਨਿਮਨ, ਸਹਿਨਸ਼ੀਲਤਾ ਅਤੇ ਮਿੱਠਾ ਬੋਲਣ ਦੇ 3 ਵੇਸ ਧਾਰਨ ਕਰਨੇ ਚਾਹੀਦੇ ਹਨ। ਸੋ ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵਿ ਦੇ ਕਵੀ ਸ਼ੇਖ ਫਰੀਦ ਜੀ ਦੇ ਸ਼ਬਦ ਅਤੇ ਸ਼ਲੋਕ, ਜਿਨ੍ਹਾਂ ਵਿੱਚ ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਸੰਦੇਸ਼ ਦਿੱਤੇ ਹਨ ਕਿ ਸਾਨੂੰ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸਾਦਾ ਭੋਜਨ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਆਪਣਾ ਸਮਾਂ ਨਾਮ ਸਿਮਰਨ ਅਤੇ ਨੇਕ ਅਮਲਾਂ ਵਿੱਚ ਲਗਾਉਣਾ ਚਾਹੀਦਾ ਹੈ। ਬੁਰਾ ਕਰਨ ਵਾਲੇ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ। ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਤੋੜਨਾ ਠੀਕ ਨਹੀਂ, ਕਿਉਂਕਿ ਸਾਰਿਆਂ ਦੇ ਮਨ ਕੀਮਤੀ ਮੋਤੀ ਹਨ ਅਤੇ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਰੱਬ ਆਪ ਵਸਦਾ ਹੈ। ਸੋ ਸਾਨੂੰ ਸਭ ਨੂੰ ਬਾਬਾ ਫਰੀਦ ਜੀ ਦੁਆਰਾ ਦੱਸੇ ਹੋਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਧੰਨਵਾਦ।